सत श्री अकाल जी। स्वागत है तुहाडा यूट्यूब चैनल पंजाबी स्टोरी टेशन ते मैं तुहाडी अपनी जस्सी संधू। अज मैं तुहाडे लई लैके आई हाँ ज्ञानी सोहन सिंह सीतल जी होना दा लिखिया होया बहुत ही प्यारा नावल तूतां वाले खो दा 8वां भाग। बाबा कालिया किवें बह रहा है, हौला नहीं झबदा? बाबे अकाली नूं बहुत उदास वेख के सज्जन सिंह ने पुछया। सज्जन सिया, बाबे काली ने उदास जी नज़र नाल आउण वाले वल वेख के कहा, आ पुत बह जा। हौलां भुन्नियां सन पर कल्लियां चुभण ते दिल नहीं मन्निया। ऐस उमरे आदमी नूं कदे कदे पुराणियां यादां बेचैन कर दिंदियां ने। मैनूं भी एवें ही। बाबा काली कहंदा कहंदा चुप कर गया। बह जा, आपां दोवें ਚੱਬਦੇ ਆਂ। ਉਹ ਅੱਧ ਸੜੀ ਗਿੱਠ ਕੋ ਜਿੱਡੀ ਲੱਕੜ ਨਾਲ ਹੌਲਾ ਫੋਲਣ ਲੱਗ ਪਿਆ। ਸੱਜਣ ਸਿੰਘ ਸਾਹਮਣੇ ਬਹਿ ਕੇ ਹੌਲਾ ਚੱਬਣ ਲੱਗ ਪਿਆ। ਵਿੱਚੋਂ ਵਾਰੋਂ ਉਹ ਬੜੇ ਧਿਆਨ ਨਾਲ ਬਾਬੇ ਅਕਾਲੀ ਦੇ ਚਿਹਰੇ ਵੱਲ ਵੇਖੀ ਜਾ ਰਿਹਾ ਸੀ। ਬਾਬੇ ਅਕਾਲੀ ਦੇ ਚਿਹਰੇ ਦਾ ਪ੍ਰਭਾਵ ਬੜਾ ਉਦਾਸ ਤੇ ਅਸਰ ਪਾਊ ਸੀ। ਨਹੀਂ, ਮੈਂ ਮੂੰਹ ਆਈਆਂ ਗੱਲਾਂ ਨੂੰ ਅੰਦਰੇ ਨਹੀਂ ਰੋਕ ਸਕਦਾ, ਬਾਬੇ ਅਕਾਲੀ ਨੇ ਸਿਰ ਹਿਲਾ ਕੇ ਕਿਹਾ। ਕਈ ਵਾਰ ਬੰਦਾ ਕਿਸੇ ਨਾਲ ਗੱਲਾਂ ਕਰਨ ਵਾਸਤੇ ਬੇਵਸ ਹੋ ਜਾਂਦਾ ਏ। ਇਸ ਵੇਲੇ ਮੇਰੀ ਵੀ ਇਹੋ ਹਾਲਤ ਏ। ਚੰਗਾ ਹੋਇਆ ਤੂੰ ਆ ਗਿਓ, ਫਿਰ ਤੂੰ ਤਾਂ ਮੇਰਾ ਆਪਣਾ। ਬਾਬਾ ਅਕਾਲੀ ਪੀੜ੍ਹੀਓਂ ਸੱਜਣ ਸਿੰਘ ਦੇ ਦਾਦੇ ਦਾ ਭਰਾ ਲੱਗਦਾ ਸੀ। ਉਹ ਸਾਰੇ ਪਿੰਡ ਵਿੱਚ ਪੀੜ੍ਹੀਓਂ ਉਚੇਰਾ ਸੀ। ਇਸ ਵਾਸਤੇ ਵੀ ਸਾਰੇ ਲੋਕ ਉਹਨੂੰ ਬਾਬਾ ਅਕਾਲੀ ਆਖਦੇ ਸਨ। ਤੇਰੇ ਬੱਚੇ ਆ ਬਾਬਾ ਅਕਾਲੀਆ, ਕਿਤੇ ਪ੍ਰਮਾਤਮਾ ਤੁਹਾਨੂੰ ਵੀ ਇੱਕ ਪੁੱਤਰ ਦੇ ਦਿੰਦਾ ਤਾਂ ਉਹ ਸਾਡਾ ਹਾਣੀ ਹੁੰਦਾ, ਸੱਜਣ ਸਿੰਘ ਨੇ ਹਮਦਰਦੀ ਨਾਲ ਦਰਦ ਭਰੀ ਸੁਰ ਵਿੱਚ ਕਿਹਾ। ਕਦੇ ਮੈਂ ਵੀ ਇਹ ਸੋਚਿਆ ਕਰਦਾ ਸਾਂ। ਇੱਕ ਦਿਨ ਤੇਰੀ ਮਾਈ ਨੇ ਵੀ ਇਹ ਰੀਝ ਪ੍ਰਗਟ ਕੀਤੀ ਸੀ। ਮੈਂ 7-8 ਦਿਨਾਂ ਪਿੱਛੋਂ ਬਾਹਰੋਂ ਆਇਆ ਸਾਂ। ਬਾਪੂ ਬਹੁਤ ਗੁੱਸੇ ਹੋਇਆ ਸੀ। ਛੋਟੇ ਭਰਾ ਨੇ ਵੀ ਮੂੰਹ ਵੱਟਿਆ ਸੀ। ਖੇਮ ਕੌਰ ਨੇ ਸਿਰਫ ਇੰਨਾ ਹੀ ਕਿਹਾ, ਮੈਨੂੰ ਇਹ ਸ਼ੱਕ ਨਹੀਂ ਕਿ ਤੁਸੀਂ ਕਿਸੇ ਬੁਰੇ ਕਰਮ ਵਿੱਚ ਫਸੇ ਹੋਣ ਕਰਕੇ ਐਨੇ ਦਿਨ ਬਾਹਰ ਰਹਿੰਦੇ ਹੋ, ਪਰ ਮੇਰਾ ਪਿੱਛੋਂ ਜੀ ਨਹੀਂ ਲੱਗਦਾ। ਕਿਤੇ ਗੁਰੂ ਮਹਾਰਾਜ ਆਪਾਂ ਨੂੰ ਇੱਕ ਕਾਕਾ। ਉਹ ਵਾਕ ਪੂਰਾ ਨਹੀਂ ਸੀ ਕਰ ਸਕੀ। ਸ਼ਾਇਦ ਸ਼ਰਮਾ ਕੇ ਚੁੱਪ ਕਰ ਗਈ ਸੀ। ਉਸ ਉਮਰੇ ਇਸਤਰੀ ਕਈਆਂ ਗੱਲਾਂ 'ਚੋਂ ਆਪਣੇ ਪਤੀ ਕੋਲੋਂ ਵੀ ਸੰਗ ਜਾਇਆ ਕਰਦੀ ਏ। ਉਹਦੀ ਇਹ ਖਾਹਿਸ਼ ਯਾਦ ਕਰਕੇ ਕਦੇ ਮੈਂ ਵੀ ਸੋਚਿਆ ਕਰਦਾ ਕਿ ਜੇ ਉਹਨੇ ਛੱਡ ਜਾਣਾ ਸੀ ਤਾਂ ਉਹਦੀ ਨਿਸ਼ਾਨੀ ਹੀ ਕੋਈ ਪਿੱਛੇ ਮੇਰੇ ਕੋਲ ਹੁੰਦੀ। ਪਰ ਹੁਣ ਮੇਰੇ ਖਿਆਲ ਬਦਲ ਗਏ ਨੇ। ਤੁਹਾਡਾ ਹਾਣ ਸਾਰੇ ਦੇਸ਼ ਦੇ ਬੱਚੇ ਹੁਣ ਮੈਨੂੰ ਆਪਣੇ ਧੀਆਂ ਪੁੱਤਰ ਜਾਪਦੇ ਨੇ। ਇਸ ਵੇਲੇ ਦੇਸ਼ ਹੀ ਮੇਰਾ ਸਭ ਕੁਝ ਹੈ ਤੇ ਤੁਸੀਂ ਸਾਰੇ ਹੋ ਮੇਰਾ ਲਹੂ ਤੇ ਮਾਸ। ਬਾਬਾ ਕਾਲੀ ਜਿਵੇਂ ਸਾਹ ਲੈਣ ਵਾਸਤੇ ਖਲੋ ਗਿਆ। ਇੱਕ ਵਾਰੀ ਤੇਰੀ ਮਾਈ ਦੇ ਜ਼ੋਰ ਦੇਣ ਤੇ ਮੈਂ ਇੰਨਾ ਕੁ ਭੇਤ ਭੰਨਿਆ ਸੀ। ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਯਤਨ ਕਰ ਰਹੇ ਹਾਂ। ਆਜ਼ਾਦੀ ਮਿਲ ਜਾਣ ਪਿੱਛੋਂ ਸਭ ਕੁਝ ਦੱਸ ਦਿਆਂਗਾ, ਪਰ ਇਸ ਵੇਲੇ ਮੈਥੋਂ ਕੁਝ ਨਾ ਪੁੱਛ। ਤੇ ਉਹ ਭਲੀ ਲੋਕ ਨੇ ਫਿਰ ਕਦੇ ਕੁਛ ਨਹੀਂ ਸੀ ਪੁੱਛਿਆ। ਬੜੀ ਚੰਗੀ ਸੀ ਮਾਈ ਖੇਮ ਕੌਰ, ਪਰ ਵਿਚਾਰੇ ਨਾਲ ਅਨਰਥ ਬੜਾ ਹੋਇਆ। ਸੱਜਣ ਸਿੰਘ ਦੇ ਦਿਲ 'ਤੇ ਵੀ ਖੇਮ ਕੌਰ ਨਾਲ ਹੋਏ ਅਤਿਆਚਾਰ ਦਾ ਮਾਰੂ ਅਸਰ ਸੀ। ਠੀਕ ਆਨਾ ਏ ਤੂੰ, ਪਰ ਅੱਜ ਤਾਂ ਮੈਂ ਵੇਖਦਾ ਕਿ ਇਸ ਦੇਸ਼ ਦੀਆਂ ਹਜ਼ਾਰਾਂ ਲੱਖਾਂ ਦੇਵੀਆਂ ਨਾਲ ਉਹੋ ਜਿਹਾ ਜਾਂ ਉਸ ਤੋਂ ਵੀ ਵੱਧ ਅਨਰਥ ਹੋ ਰਿਹਾ, ਤੇ ਸਭ ਕੁਛ ਹੈ ਗੁਲਾਮੀ ਦੇ ਕਾਰਨ। ਇਹਨਾਂ ਸਾਰਿਆਂ ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ ਸਾਨੂੰ ਸਾਰੇ ਜ਼ੋਰ ਨਾਲ ਆਜ਼ਾਦੀ ਦੀ ਜੰਗ ਲੜਨੀ ਚਾਹੀਦੀ ਹੈ। ਜਾਣਦਾ ਏ ਤੇਰੇ ਆਉਣ ਤੋਂ ਪਹਿਲਾਂ ਮੈਂ ਕਿਹੜੇ ਵਹਿਣਾਂ ਵਿੱਚ ਡੁੱਬਿਆ ਹੋਇਆ ਸਾਂ? ਸੱਜਣ ਸਿੰਘ ਨੇ ਸਿਰਫ ਪ੍ਰਸ਼ਨ ਭਰੀਆਂ ਅੱਖਾਂ ਨਾਲ ਬਾਬੇ ਅਕਾਲੀ ਵੱਲ ਤੱਕਿਆ, ਜਿਵੇਂ ਉਹ ਉੱਪਰਲੇ ਸਵਾਲ ਦਾ ਜਵਾਬ ਸੁਣਨ ਦਾ ਡਾਢਾ ਖਾਹਿਸ਼ਮੰਦ ਹੋਵੇ। ਮੈਂ ਤੇਰੀ ਮਾਈ ਨਾਲ ਗੱਲਾਂ ਕਰ ਰਿਹਾ ਸਾਂ, ਬਾਬੇ ਅਕਾਲੀ ਨੇ ਨਿੰਮਾ ਜਿਹਾ ਖੰਗੂਰਾ ਮਾਰ ਕੇ ਫਿਰ ਕਹਿਣਾ ਸ਼ੁਰੂ ਕੀਤਾ। ਇੱਕ ਦਿਨ ਅਸਾਂ ਐਸੇ ਟਾਲੀ ਹੇਠ ਹੌਲਾਂ ਭੁੰਨ ਕੇ ਚੱਬੀਆਂ ਸਨ। ਉਹ ਦੁਪਹਿਰ ਦੀ ਰੋਟੀ ਲੈ ਕੇ ਆਈ। ਟਕਾਲਾਂ ਵੇਲੇ ਤੱਕ ਇੱਥੇ ਮੇਰੇ ਕੋਲ ਹੀ ਰਹੀ ਸੀ। ਅੱਜ ਹੌਲਾਂ ਭੁੰਨਦਿਆਂ ਉਹ ਸਮਾਂ ਯਾਦ ਆ ਗਿਆ ਸੀ। ਮੈਂ ਉਹਨੂੰ ਕਹਿ ਰਿਹਾ ਸਾਂ, ਖੇਮ ਕੁਰੇ ਐ ਨਾ ਸਮਝੀ ਕਿ ਮੈਂ ਤੈਨੂੰ ਭੁਲਾ ਦਿੱਤਾ ਏ। ਅਸੀਂ ਆਜ਼ਾਦੀ ਦੀ ਇੱਕ ਲੰਮੀ ਜੰਗ ਲੜ ਰਹੇ ਹਾਂ ਤੇ ਉਦੋਂ ਤੱਕ ਬਹਾਦਰ ਸਿਪਾਹੀਆਂ ਵਾਂਗ ਲੜਦੇ ਰਹਾਂਗੇ ਜਦੋਂ ਤੱਕ ਫਤਿਹ ਪ੍ਰਾਪਤ ਨਹੀਂ ਕਰ ਲੈਂਦੇ। ਤੇ ਪੁੱਤ ਸੱਜਣ ਸਿਆਂ, ਇਹ ਲੜਾਈ ਮੁੱਕੇਗੀ ਉਦਣ ਹੀ ਜਿੱਦਣ ਦੇਸ਼ ਆਜ਼ਾਦ ਹੋ ਜਾਵੇਗਾ। ਕਿਉਂ ਨਹੀਂ? ਅੰਤ ਤੁਹਾਡੇ ਵਰਗੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਫਲ ਲੱਗੇਗਾ। ਸੱਜਣ ਸਿੰਘ ਨੇ ਸ਼ਰਧਾ ਨਾਲ ਸਿਰ ਝੁਕਾ ਕੇ ਕਿਹਾ। ਕੁਰਬਾਨੀ
ਕਦੇ ਆਲੀ ਨਹੀਂ ਜਾਂਦੀ। ਬਾਬੇ ਖਾਲੀ ਨੇ ਹਾਂ ਵਿੱਚ ਸਿਰ ਹਿਲਾ ਕੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਗਦਰ ਲਹਿਰ ਵਿੱਚ ਕਿੰਨੇ ਸੂਰਮੇ ਫਾਂਸੀ ਚੜ੍ਹੇ, ਕਿੰਨੇ ਉਮਰ ਕੈਦ ਹੋਏ, ਕਿੰਨਿਆਂ ਨੂੰ ਬੈਂਤ ਲੱਗੇ, ਕਿੰਨਿਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ, ਕਿੰਨੇ ਗੱਭਰੂ ਜੇਲ੍ਹ ਵਿੱਚ ਗਏ ਤੇ ਬਾਬੇ ਬਣ ਕੇ ਬਾਹਰ ਆਏ। ਉਦੋਂ ਕਈ ਲੋਕ ਆਉਂਦੇ ਹੁੰਦੇ ਸੀ। ਇਸ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਿਆ, ਸਭ ਕੀਤਾ ਕਰਾਇਆ ਐਵੇਂ ਗਿਆ। ਜਨਤਾ ਨੇ ਵੀ ਕੋਈ ਅਸਰ ਨਹੀਂ ਕਬੂਲਿਆ। ਪਰ ਅਜਿਹਾ ਸੋਚਣਾ ਉਹਨਾਂ ਦੀ ਕੰਮ ਅਕਲੀ ਸੀ। ਠੀਕ ਹੈ, ਉਦੋਂ ਬਹੁਤੇ ਲੋਕਾਂ ਨੇ ਸਾਡਾ ਸਾਥ ਨਾ ਦਿੱਤਾ ਕਿਉਂਕਿ ਦੇਸ਼ ਅਜੇ ਘੂਕ ਸੁੱਤਾ ਪਿਆ ਸੀ। ਵੱਡੇ ਘਰਾਣੇ ਅੰਗਰੇਜ਼ਾਂ ਦੀ ਵਫਾਦਾਰੀ ਵਿੱਚ ਹੀ ਆਪਣੀ ਕਲਿਆਣ ਤੇ ਇੱਜ਼ਤ ਸਮਝਦੇ ਸਨ। ਕਾਂਗਰਸ ਵੀ ਉਦੋਂ ਜਰਮਨ ਜੰਗ ਵਿੱਚ ਤਨੋਂ ਮਨੋਂ ਅੰਗਰੇਜ਼ਾਂ ਦੀ ਮਦਦ ਕਰ ਰਹੀ ਸੀ। ਸਾਡੇ ਲੀਡਰ ਸਮਝਦੇ ਸਨ ਕਿ ਜੰਗ ਜਿੱਤਣ ਦੀ ਖੁਸ਼ੀ ਵਿੱਚ ਅੰਗਰੇਜ਼ ਸਾਨੂੰ ਸਵਰਾਜ ਦੇਣਗੇ, ਪਰ ਇਹਨਾਂ ਇਹ ਨਾ ਸੋਚਿਆ ਕਿ ਕੋ ਕਿसी को राज ना दे है, जो ले है निज बल से ले है। ਭਾਈ ਰਣਧੀਰ ਸਿੰਘ ਜੀ ਸਾਨੂੰ ਜੇਲ੍ਹ ਵਿੱਚ ਇਹ ਤੁਕਾਂ ਸੁਣਾਇਆ ਕਰਦੇ ਸਨ। ਇਹ ਗੱਲ 16 ਆਨੇ ਸੱਚੀ ਏ। ਪੁੱਤ ਸੱਜਣ ਸਿਆਂ ਰਾਜ ਦਿੰਦਾ ਕੋਈ ਨਹੀਂ, ਸਗੋਂ ਹਾਸਲ ਕੀਤਾ ਜਾਂਦਾ ਏ। ਉਦੋਂ ਕਿਤੇ ਸਾਰੀਆਂ ਪਾਰਟੀਆਂ ਤੇ ਲੀਡਰ ਸਾਡਾ ਸਾਥ ਦਿੰਦੇ ਤਾਂ ਜਿਵੇਂ ਅੰਗਰੇਜ਼ ਜੰਗ ਵਿੱਚ ਫਸਿਆ ਹੋਇਆ ਸੀ, ਹਿੰਦੁਸਤਾਨ ਆਜ਼ਾਦ ਹੋ ਜਾਂਦਾ। ਪਰ ਉਦੋਂ ਤਾਂ ਉਲਟਾ, ਕਈ ਪਾਰਟੀਆਂ ਤੇ ਨਰਮ ਖਿਆਲਾਂ ਦੇ ਲੀਡਰਾਂ ਨੇ ਸਾਡਾ ਵਿਰੋਧ ਕੀਤਾ ਸੀ। ਫਿਰ ਵੀ ਅਸੀਂ ਸਮਝਦੇ ਹਾਂ ਕਿ ਸਾਡੀ ਘਾਲਣਾ ਐਵੇਂ ਨਹੀਂ ਗਈ। ਸੋਹਣ ਸਿੰਘ ਭਕਨਾ ਆਖਿਆ ਕਰਦਾ ਸੀ, ਅਸਾਂ ਧਰਤੀ ਵਾਹ ਕੇ ਬੀਜ ਦਿੱਤਾ ਏ, ਇੱਕ ਦਿਨ ਇਹ ਜ਼ਰੂਰ ਪੁੰਗਰ ਪਵੇਗਾ। ਸੋ ਸਮਾਂ ਆਉਣ ਉੱਤੇ ਬਾਬਾ ਸੋਹਣ ਸਿੰਘ ਭਕਨਾ ਤੁਹਾਡੇ ਨਾਲ ਹੁੰਦਾ ਸੀ? ਚੱਲਦੀ ਵਾਰਤਾ ਵਿੱਚ ਹੀ ਸੱਜਣ ਸਿੰਘ ਨੇ ਐਵੇਂ ਹੰਗਾਰੇ ਵਜੋਂ ਸਵਾਲ ਕਰ ਦਿੱਤਾ। ਹਾਂ, ਜੇਲ੍ਹ ਵਿੱਚ ਬਹੁਤ ਸਿਆਣੇ ਤੇ ਨੇਕ ਆਦਮੀ ਸਾਡੇ ਨਾਲ ਰਹੇ ਹਨ। ਸੋਹਣ ਸਿੰਘ ਭਕਨਾ, ਵਿਸਾਖਾ ਸਿੰਘ ਦਦੇਹਰ, ਭਾਈ ਰਣਧੀਰ ਸਿੰਘ ਨਾਰੰਗਵਾਲ, ਭਾਈ ਪਰਮਾਨੰਦ, ਡਾਕਟਰ ਮਥਰਾ ਸਿੰਘ ਤੇ ਹੋਰ ਪੜ੍ਹੇ ਲਿਖੇ ਤੇ ਸਮਝਦਾਰ ਬੰਦਿਆਂ ਦੀ ਸੰਗਤ ਰਹੀ ਏ। ਅਸਲ ਵਿੱਚ ਜੇਲ੍ਹ ਅੰਦਰ ਮੈਂ ਬਹੁਤ ਕੁਝ ਸਿੱਖਿਆ ਏ। ਇੱਥੇ ਨਿੱਕੇ ਹੁੰਦਿਆਂ ਤਾਂ ਸਭੋ 8 ਜਮਾਤਾਂ ਹੀ ਪੜ੍ਹੀਆਂ ਸਨ ਨਾ, ਸਗੋਂ 7 ਹੀ ਸਮਝ ਖਾਂ। 8ਵੀਂ ਦਾ ਤਾਂ ਇਮਤਿਹਾਨ ਹੀ ਨਹੀਂ ਸੀ ਦਿੱਤਾ ਤੇ ਸਹਿ ਜੋ ਵੀ ਭੁਲਾ ਲੀਆਂ। ਪਰ ਬਾਬਾ, ਇਸ ਵੇਲੇ ਤਾਂ ਤੇਰੇ ਜਿੰਨੀ ਸੋਝੀ ਕਿਸੇ BA ਪਾਸ ਵਕੀਲ ਨੂੰ ਵੀ ਨਹੀਂ। ਸੱਜਣ ਸਿੰਘ ਨੇ ਤਾਰੀਫ ਵਜੋਂ ਕਿਹਾ, ਇਹ ਸਭ ਕੁਝ ਜੇਲ੍ਹ ਵਿੱਚ ਹੀ ਸਿੱਖਿਆ ਏ। ਸਿਆਸੀ ਲੱਗਣ ਵਾਲਿਆਂ ਬੰਦਿਆਂ ਵਾਸਤੇ ਜੇਲ੍ਹ ਬਹੁਤ ਵੱਡਾ ਕਾਲਜ ਏ। ਉੱਥੇ ਹੋਰ ਕਿਸੇ ਕੰਮ ਦਾ ਤਾਂ ਫਿਕਰ ਨਹੀਂ ਹੁੰਦਾ। ਜਾਂ ਅੱਠੇ ਪੈਰ ਭੱਜਣ ਕਰਦਿਆਂ ਲੰਘ ਜਾਣਾ, ਜਾਂ ਦੇਸ਼ ਦੀ ਆਜ਼ਾਦੀ ਬਾਰੇ ਵਿਉਂਤਾ ਸੋਚਦਿਆਂ ਹੌਲਾਂ ਦੇ ਕੱਢੇ ਹੋਏ ਦਾਣਿਆਂ ਦਾ ਫੱਕਾ ਮਾਰ ਕੇ ਬਾਬਾ ਅਕਾਲੀ ਦੰਦਾਂ ਹੇਠ ਚਬਾਉਣ ਲੱਗ ਪਿਆ। ਇਸ ਤਰ੍ਹਾਂ ਪਲ ਦਾ ਪਲ ਗੱਲਾਂ ਦਾ ਸਿਲਸਿਲਾ ਰੁਕ ਗਿਆ। ਇੱਕ ਦਿਨ ਜੇਲ੍ਹ ਵਿੱਚ ਅਸਾਂ ਮਾਰਸ਼ਲ ਲਾ ਤੇ ਜਲਿਆਂਵਾਲੇ ਬਾਗ ਦੇ ਸਾਕੇ ਦੀਆਂ ਖਬਰਾਂ ਸੁਣੀਆਂ। ਸੋਹਣ ਸਿੰਘ ਭਕਨੇ ਨੇ ਆਖਿਆ, ਲਓ ਸਾਡਾ ਬੀਜਿਆ ਵੀ ਉੱਗ ਪਿਆ ਜੇ। ਇਹਦੀ ਪਹਿਲੀ ਸਿੰਚਾਈ ਜਲਿਆਂਵਾਲੇ ਦੇ ਸ਼ਹੀਦਾਂ ਦੇ ਖੂਨ ਨਾਲ ਹੋਈ ਏ। ਹੁਣ ਇਹ ਬੂਟਾ ਸੁੱਕੇਗਾ ਕਦੇ ਨਹੀਂ। ਸੱਜਣ ਸਿਆਂ, ਇਹ ਬੂਟਾ ਵਧੇ ਫੁੱਲੇਗਾ ਤੇ ਇੱਕ ਦਿਨ ਇਹਨੂੰ ਆਜ਼ਾਦੀ ਦਾ ਫਲ ਜ਼ਰੂਰ ਲੱਗੇਗਾ। ਸਾਨੂੰ ਕੁਛ ਸੰਭਾਲ ਏ ਮਾਰਸ਼ਲ ਲਾ ਦੀ। ਸੱਜਣ ਸਿੰਘ ਨੇ ਦੋਹਾਂ ਹੱਥਾਂ ਦੀਆਂ ਤਲੀਆਂ ਵਿੱਚ ਹੌਲਾ ਮਲਦਿਆਂ ਕਿਹਾ, ਮੈਂ ਉਦੋਂ ਬਸ਼ਕੇ ਜਿੱਡਾ ਜਾਂ ਇਸ ਤੋਂ ਥੋੜ੍ਹਾ ਜਿਹਾ ਵੱਡਾ ਹੋਵਾਂਗਾ। ਬਾਪੂ ਹੋਰੀ ਡਰਦੇ ਸਾਨੂੰ ਅੰਦਰੋਂ ਬਾਹਰ ਨਹੀਂ ਸੀ ਨਿਕਲਣ ਦਿੰਦੇ। ਵਿਚਾਰਾ ਹੀਰਾ ਖੋਜਾ ਸੌਦਾ ਲੈਣ ਗਿਆ ਹੀ ਕਸੂਰ ਫੜਿਆ ਗਿਆ ਸੀ। ਇੱਥੇ ਗੱਲ ਉੱਡ ਗਈ ਕਿ ਉਹਨੂੰ ਫਾਂਸੀ ਲਾ ਦਿੱਤਾ ਨੇ। ਬਸ ਸਾਰਾ ਪਿੰਡ ਡਰ ਨਾਲ ਸਹਿਮ ਗਿਆ। ਇੱਕ ਪਿੰਡ ਕੀ, ਸਾਰਾ ਦੇਸ਼ ਸਹਿਮ ਗਿਆ ਸੀ। ਹੀਰਾ ਵੀ ਸਾਲ ਕੁ ਸਾਡੇ ਕੋਲ ਹੀ ਰਿਹਾ ਸੀ। ਪਹਿਲਾਂ ਉਹਨੂੰ ਫਾਂਸੀ ਦਾ ਹੁਕਮ ਹੋਇਆ, ਫਿਰ ਉਮਰ ਕੈਦ ਦਾ ਤੇ ਅਖੀਰ 7 ਸਾਲ ਦਾ। ਪਰ ਅਗਲੇ ਸਾਲ ਸਾਡੇ ਨਾਲ ਉਹ ਵੀ ਰਿਹਾ ਹੋ ਗਿਆ। ਤੇ ਉਹ ਮਾਰਸ਼ਲ ਨਾਲ ਲਾਇਆ ਕਿਹੜੀ ਗੱਲੇ ਸਾਨੇ? ਆਂਦੇ ਨੇ ਕਾਲਿਆਂ ਨੇ ਕੁਛ ਗੋਰੇ ਮਾਰ ਦਿੱਤੇ ਸਨ। ਸੱਜਣ ਸਿੰਘ ਨੇ ਸੁਣੀਆਂ ਸੁਣਾਈਆਂ ਤੇ ਅੱਧ ਚੇਤੇ ਗੱਲਾਂ ਦੇ ਆਧਾਰ ਤੇ ਸਵਾਲ ਕੀਤਾ। ਬੱਚੂ, ਬਸ ਹਾਹਾਈ ਤੇ ਗੁਲਾਮੀ ਦੀ ਨਿਸ਼ਾਨੀ ਹੈ। ਬਾਬੇ ਅਕਾਲੀ ਨੇ ਕੁਛ ਤਾੜਨਾ ਭਰੀ ਨਿਗਾਹ ਨਾਲ ਤੱਕਦਿਆਂ ਕਿਹਾ, ਅੰਗਰੇਜ਼ ਆਪਣੇ ਆਪ ਨੂੰ ਗੋਰੇ ਤੇ ਸਾਨੂੰ ਕਾਲੇ ਤੇ ਕੁੱਲੀ ਆਖਦੇ ਨੇ। ਜਿਵੇਂ ਤੂੰ ਵੀ ਆਖ ਦਿੱਤਾ ਏ, ਕਾਲਿਆਂ ਨੇ ਗੋਰੇ ਮਾਰ ਦਿੱਤੇ ਸਨ। ਬਸ ਅਸੀਂ ਐਨੇ ਨਿਗਰ ਗਏ ਹਾਂ ਕਿ ਆਪ ਹੀ ਆਪਣੇ ਆਪ ਨੂੰ ਕਾਲੇ ਆਖੀ ਜਾਂਦੇ ਹਾਂ। ਇਹ ਹੀ ਸਾਰਾ ਗੁਲਾਮੀ ਦਾ ਅਸਰ ਕਿ ਹਿੰਦੀ ਆਪਣੇ ਆਪ ਨੂੰ ਅੰਗਰੇਜ਼ਾਂ ਨਾਲੋਂ ਨੀਵਾਂ ਸਮਝਣ ਲੱਗ ਪਏ ਨੇ। ਹੁਣ ਸਵਾਲ ਇਹ ਕਿ ਮਾਰਸ਼ਲ ਲਾ ਲੱਗਾ ਕਿਉਂ? ਸ਼ਾਇਦ ਮੈਂ ਪੂਰੀ ਤਰ੍ਹਾਂ ਸਮਝ ਨਾ ਸਕਾਂ, ਪਰ ਜਦੋਂ ਮੈਂ ਉਸ ਸਾਲ ਦੀ ਕਹਾਣੀ ਪੜ੍ਹਦਾ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਮਹਾਤਮਾ ਗਾਂਧੀ ਉਹਨਾਂ ਦਿਨਾਂ ਵਿੱਚ ਹੀ ਪ੍ਰਸਿੱਧ ਹੋਇਆ ਏ। ਪਹਿਲਾਂ ਉਹ ਦੂਸਰੇ ਦਰਜੇ ਦਾ ਲੀਡਰ ਸੀ,
ਉਸ ਵੇਲੇ ਕਾਂਗਰਸ ਵਿੱਚ ਕਈ ਲੀਡਰ ਉਸ ਤੋਂ ਅੱਗੇ ਸਨ। ਕਾਂਗਰਸ ਦੀ ਗੱਲ ਸੁਣ ਲੈ। ਇਸ ਪਾਰਟੀ ਦਾ ਮੁੱਢ ਬੰਨਣ ਵਾਲਾ ਇੱਕ ਅੰਗਰੇਜ਼ ਹੀ ਸੀ, ਮਿਸਟਰ ਹਿਊਮ। ਪਹਿਲਾਂ ਕਾਂਗਰਸ ਦੀ ਸਭ ਤੋਂ ਵੱਡੀ ਮੰਗ ਸੀ ਕਿ ਸਰਕਾਰੀ ਨੌਕਰੀਆਂ ਵਿੱਚ ਹਿੰਦੁਸਤਾਨੀਆਂ ਨੂੰ ਵੀ ਕੁਝ ਵੱਡੇ ਅਹੁਦੇ ਦਿੱਤੇ ਜਾਇਆ ਕਰਨ। ਸਹਿਜ ਸਮੇਂ ਦੀ ਲੋੜ ਅਨੁਸਾਰ ਕਾਂਗਰਸ ਦੀਆਂ ਮੰਗਾਂ ਵਧਦੀਆਂ ਗਈਆਂ। ਸੰਨ 14 ਵਿੱਚ ਜਰਮਨ ਜੰਗ ਛਿੜ ਪਈ। ਕਾਂਗਰਸ ਨੇ ਸਾਰਾ ਟਿੱਲ ਲਾ ਕੇ ਉਸ ਜੰਗ ਵਿੱਚ ਅੰਗਰੇਜ਼ੀ ਸਰਕਾਰ ਦੀ ਮਦਦ ਕੀਤੀ। ਲੀਡਰਾਂ ਦਾ ਖਿਆਲ ਸੀ ਕਿ ਸਾਡੀ ਮਦਦ ਨਾਲ ਅੰਗਰੇਜ਼ ਜਿੱਤ ਗਏ ਤਾਂ ਇਹ ਸਾਨੂੰ ਸਵਰਾਜ ਦੇ ਬਹੁਤ ਸਾਰੇ ਹੱਕ ਦੇ ਦੇਣਗੇ। ਉਦੋਂ ਗਰਮ ਧੜੇ ਦੇ ਕਾਂਗਰਸੀ ਵੀ ਸਿਰਫ ਇੰਨਾ ਕੋਈ ਸਵਰਾਜ ਮੰਗਦੇ ਸਨ ਜਿਸ ਨਾਲ ਅੰਗਰੇਜ਼ ਦੀ ਛਤਰ ਛਾਇਆ ਥੱਲੇ ਉਹ ਅੱਧ-ਪਚੱਧ ਹਕੂਮਤ ਸੰਭਾਲ ਲੈਣ। ਪੂਰੀ ਆਜ਼ਾਦੀ ਦੀ ਉਹਨਾਂ ਦੀ ਵੀ ਅਜੇ ਕੋਈ ਮੰਗ ਨਹੀਂ ਸੀ। ਹਿੰਦੁਸਤਾਨੀਆਂ ਦੀ ਮਦਦ ਨਾਲ ਹੀ ਅੰਗਰੇਜ਼ਾਂ ਨੇ ਜੰਗ ਜਿੱਤ ਲਈ। ਉਸ ਵੇਲੇ ਸੰਨ 18 ਮੁੱਕਣ ਵਾਲਾ ਸੀ। ਕਾਂਗਰਸ ਲੱਗੀ ਸਵਰਾਜ ਦੀ ਉਡੀਕ ਕਰਨ ਤੇ ਕੀਤੀ ਸੇਵਾ ਦੇ ਇਨਾਮ ਵਜੋਂ ਮਿਲਿਆ ਕੀ? ਰੋਲਟ ਬਿੱਲ। ਰੋਲਟ ਬਿੱਲ ਕੀ? ਸੱਜਣ ਸਿੰਘ ਨੇ ਵਧੇਰੇ ਜਾਣਨ ਦੀ ਚਾਹ ਨਾਲ ਪੁੱਛਿਆ। ਵੇਖੇ ਨਾ, ਜਿਉਂ ਅੰਗਰੇਜ਼ਾਂ ਨੇ ਪੰਜਾਬ ਮੱਲਿਆ ਏ, ਇੱਥੇ ਕੋਈ ਨਾ ਕੋਈ ਲਹਿਰ ਵਿਦੇਸ਼ੀ ਸਰਕਾਰ ਦੇ ਵਿਰੁੱਧ ਚੱਲਦੀ ਹੀ ਰਹੀ। ਪਹਿਲਾਂ ਸੰਨ 57 ਦਾ ਵੱਡਾ ਗਦਰ ਹੋਇਆ, ਫਿਰ ਨਾਮਧਾਰੀਆਂ ਦੀ ਕੂਕਾ ਲਹਿਰ ਚੱਲੀ। ਮਲੇਰਕੋਟਲੇ ਵਿੱਚ ਕਈ ਕੂਕੇ ਤੋਪਾਂ ਅੱਗੇ ਉਡਾਏ ਗਏ। 17 ਜਨਵਰੀ 1872 ਈਸਵੀ ਨੂੰ ਤੇ ਸੰਨ 1912 ਵਿੱਚ ਅੰਗਰੇਜ਼ਾਂ ਨੇ ਕਲਕੱਤੇ ਦੀ ਥਾਂ ਨਵੀਂ ਦਿੱਲੀ ਨੂੰ ਰਾਜਧਾਨੀ ਬਣਾ ਲਿਆ। ਵਾਇਸਰਾਏ ਦਾ ਜਲੂਸ ਨਿਕਲ ਰਿਹਾ ਸੀ ਜਾਂ ਹਰਮੰਦ ਸਹਾਈ ਨੇ ਉਸ ਉੱਤੇ ਬੰਬ ਸੁੱਟਿਆ। ਵਾਇਸਰਾਏ ਲਾਰਡ ਹਾਰਡਿੰਗ ਜ਼ਖਮੀ ਹੋ ਗਿਆ ਪਰ ਜਾਨ ਬਚ ਗਈ। ਇਸ ਅਪਰਾਧ ਵਿੱਚ ਹਨੂੰਮੰਤ ਸਹਾਈ ਤੇ ਉਹਦੇ 3 ਸਾਥੀਆਂ ਅਵਧ ਬਿਹਾਰੀ, ਮਾਸਟਰ ਅਮੀਰ ਚੰਦ ਤੇ ਬਾਲ ਮੁਕੰਦ ਨੂੰ ਫਾਂਸੀ ਦਾ ਹੁਕਮ ਹੋਇਆ, ਜੋ ਪਿੱਛੋਂ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ। ਹਨੂੰਮੰਤ ਸਹਾਈ ਕੈਦ ਭੁਗਤ ਕੇ ਆਇਆ। ਰਾਸ ਬਿਹਾਰੀ ਬੋਸ ਉਸ ਮੁਕੱਦਮੇ ਵਿੱਚੋਂ ਭਗੌੜਾ ਹੋ ਗਿਆ, ਜੋ ਕਦੇ ਵੀ ਫੜਿਆ ਨਹੀਂ ਗਿਆ। ਇਸ ਵੇਲੇ ਉਹ ਜਾਪਾਨ ਵਿੱਚ ਦੱਸੀਦਾ ਏ। ਦਿੱਲੀ ਦੇ ਬੰਬ ਕੇਸ ਤੋਂ ਪਿੱਛੋਂ ਸਾਡੀ ਗਦਰ ਲਹਿਰ ਚੱਲੀ, ਜਿਸ ਨੇ ਅੰਗਰੇਜ਼ਾਂ ਵਾਸਤੇ ਬਹੁਤ ਡਰ ਪੈਦਾ ਕੀਤਾ। ਕਿਤੇ ਘਰ ਦਾ ਭੇਤੀ ਨਾ ਮਾਰ ਜਾਂਦਾ ਤਾਂ 57 ਨਾਲੋਂ ਵੀ ਵੱਡਾ ਗਦਰ ਹੋ ਜਾਂਦਾ। ਕਿਰਪਾਲ ਸੋ ਸੀ ਨਾ ਜਿਹਨੇ ਭੇਤ ਦਿੱਤਾ ਸੀ, ਬੇੜਾ ਗਰਕ ਹੋਵੇ ਸੋ। ਸੱਜਣ ਸਿੰਘ ਨੇ ਡਾਢੀ ਕਿਰਨਾਂ ਨਾਲ ਦੇਸ਼ਧਰੋਹੀ ਦਾ ਨਾਮ ਲਿਆ। ਹਾਂ, ਕੀ ਨਾਂ ਲੈਣਾ ਏ ਉਸ ਕੁੱਲ ਕਲੰਕ ਦਾ। ਖੈਰ, ਇਸ ਲਹਿਰ ਤੋਂ ਅੰਗਰੇਜ਼ ਬਹੁਤ ਘਬਰਾ ਗਏ ਸਨ। ਉਹਨਾਂ ਸੋਚਿਆ ਕਿ ਕਈ ਇਹੋ ਜਿਹੇ ਕਾਨੂੰਨ ਬਣਾਓ ਜਿਸ ਨਾਲ ਮੁੜ ਕੇ ਕੋਈ ਲਹਿਰ ਇੱਥੇ ਉੱਠ ਹੀ ਨਾ ਸਕੇ। ਸੋ ਮਿਸਟਰ ਰੋਲਟ ਦੀ ਰਿਪੋਰਟ ਉੱਤੇ ਰੋਲਟ ਬਿੱਲ ਪਾਸ ਕੀਤਾ ਗਿਆ ਫਰਵਰੀ 1919 'ਚ। ਹਾਂ, ਸੁਣਿਆ ਸੀ। ਵਿਆਹ ਕਰੋ ਤਾਂ ਦਰਖਾਸਤ ਦੇ ਕੇ 10 ਬੰਦਿਆਂ ਰਲ ਕੇ ਕਿਤੇ ਕਾਣ ਮਕਾਨ ਜਾਣਾ ਹੋਵੇ ਤਾਂ ਗੌਰਮੈਂਟ ਤੋਂ ਇਜਾਜ਼ਤ ਲੈ ਕੇ ਤੇ ਹੋਰ ਇਹੋ ਜਿਹੀਆਂ ਹੋਰ ਕਈ ਪਾਬੰਦੀਆਂ ਸਨ। ਸੱਜਣ ਸਿੰਘ ਨੇ ਯਾਦਾਸ਼ਤ ਉੱਤੇ ਜ਼ੋਰ ਦੇ ਕੇ ਚੇਤੇ ਕਰਦਿਆਂ ਕਿਹਾ, ਮੱਖ ਮੁਸ਼ਕਾਂ ਕੱਸ ਦਿੱਤੀਆਂ ਸਾਨੇ ਕਿ ਉਸ ਬਿੱਲ ਦੇ ਹੁੰਦਿਆਂ ਕੋਈ ਲਹਿਰ ਚੱਲ ਹੀ ਨਹੀਂ ਸੀ ਸਕਦੀ। ਜਰਾ ਕੁ ਸਰਕਾਰ ਦਾ ਵਿਰੋਧ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕਦੀ ਸੀ ਤੇ ਫਿਰ ਉਸ ਦੀ ਅਪੀਲ ਵੀ ਨਹੀਂ ਸੀ ਹੋ ਸਕਦੀ। ਹੱਥੀਂ ਜਾਂ ਜ਼ੁਬਾਨੀ ਮੁਖਾਲਫਤ ਕਰਨੀ ਤਾਂ ਇੱਕ ਪਾਸੇ ਰਹੀ। ਜਿਸ ਆਦਮੀ ਬਾਰੇ ਸਰਕਾਰੀ ਅਫਸਰ ਨੂੰ ਸ਼ੱਕ ਪੈ ਜਾਏ ਕਿ ਇਹ ਕੋਈ ਵਿਰੋਧ ਕਰੇਗਾ, ਉਹਨੂੰ ਵੀ ਸਜ਼ਾ ਦਿੱਤੀ ਜਾ ਸਕਦੀ ਸੀ। ਜੁਰਮ ਕਰਨ ਤੋਂ ਪਹਿਲਾਂ ਹੀ ਸਜ਼ਾ। ਹਾਂ, ਫਿਰ ਕਾਂਗਰਸੀ ਸੋਚਣ ਲੱਗੇ ਕਿ ਅਸਾਂ ਸੱਪਾਂ ਨੂੰ ਦੁੱਧ ਪਿਆ ਕੇ ਗਲਤੀ ਕੀਤੀ ਹੈ। ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਮੈਦਾਨ ਵਿੱਚ ਆਇਆ। ਉਹਨੇ ਐਲਾਨ ਕੀਤਾ ਕਿ ਅਸੀਂ ਰੋਲਟ ਬਿੱਲ ਦੇ ਵਿਰੁੱਧ ਮੋਰਚਾ ਲਾਵਾਂਗੇ। ਉਹਨੇ 30 ਮਾਰਚ 1919 ਦਾ ਦਿਨ ਵੀ ਪੱਕਾ ਕਰ ਦਿੱਤਾ। ਉਸ ਦਿਨ ਸਾਰੇ ਮੁਲਕ ਵਿੱਚ ਹੜਤਾਲ ਕਰਨ, ਜਲਸੇ ਕਰਨ ਤੇ ਜਲੂਸ ਕੱਢਣ ਦਾ ਹੁਕਮ ਹੋਇਆ। ਪਿੱਛੋਂ ਪਤਾ ਨਹੀਂ ਕਿਸ ਕਰਕੇ ਮਹਾਤਮਾ ਗਾਂਧੀ ਨੇ ਨਵਾਂ ਐਲਾਨ ਕੱਢਿਆ ਕਿ 30 ਮਾਰਚ ਦੀ ਥਾਂ ਤੇ 6 ਅਪ੍ਰੈਲ ਨੂੰ ਜਲੂਸ ਕੱਢੇ ਜਾਣ ਤੇ 6 ਤੋਂ 13 ਤੱਕ ਰੋਸ ਹਫ਼ਤਾ ਮਨਾਇਆ ਜਾਵੇ। ਦਿੱਲੀ ਵਿੱਚ ਨਵੇਂ ਐਲਾਨ ਦੀ ਵੇਲੇ ਸਿਰ ਖਬਰ ਨਾ ਪੁੱਜੀ। ਉੱਥੇ ਲੋਕਾਂ ਨੇ 30 ਨੂੰ ਜਲੂਸ ਕੱਢ ਲਿਆ। ਰੋਲਟ ਬਿੱਲ ਦੇ ਵਿਰੁੱਧ ਹਰ ਹਿੰਦੁਸਤਾਨੀ ਦੇ ਦਿਲ ਵਿੱਚ ਗੁੱਸਾ ਸੀ। ਦਿੱਲੀ ਵਿੱਚ ਮੁਕੰਮਲ ਹੜਤਾਲ ਹੋਈ ਤੇ ਲੱਖਾਂ ਬੰਦੇ ਜਲੂਸ ਵਿੱਚ ਸ਼ਾਮਲ ਹੋਏ। ਅੰਗਰੇਜ਼ੀ ਸਰਕਾਰ ਬੜੀ ਘਬਰਾਈ। ਜਲੂਸ ਦੇ ਰਾਹ ਵਿੱਚ ਰੁਕਾਵਟਾਂ ਪਾਉਣ ਵਾਸਤੇ ਥਾਂ-ਥਾਂ ਪੁਲਿਸ ਤੇ ਗੋਰੇ ਸਿਪਾਹੀ ਖੜੇ ਸਨ। ਇੱਕ ਥਾਂ ਜਲੂਸ ਨੂੰ ਰੋਕ ਕੇ ਗੋਰੇ ਸਿਪਾਹੀਆਂ ਨੇ ਧਮਕੀ ਦਿੱਤੀ, ਭਾਗ ਜਾਓ ਵਰਨਾ ਗੋਲੀ ਸੇ ਉਡਾ ਦਿਏ ਜਾਓਗੇ। ਜਲੂਸ ਦੇ ਆਗੂ ਸਵਾਮੀ ਸ਼ਰਧਾਨੰਦ ਨੇ ਕਮੀਜ਼ ਦੇ ਬੀੜੇ ਖੋਲ ਕੇ ਸੂਰਮਿਆਂ ਵਾਂਗ ਛਾਤੀ ਤਾਣ ਕੇ ਕਿਹਾ, ਲਓ ਮਾਰੋ ਗੋਲੀ। ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਗੋਰੇ ਪਾਸੇ ਹੋ ਗਏ ਤੇ ਜਲੂਸ ਚੱਲਦਾ ਰਿਹਾ। ਅੰਤ ਰੇਲਵੇ ਸਟੇਸ਼ਨ ਕੋਲ ਪਹੁੰਚ ਕੇ ਗੋਲੀ ਚੱਲ ਹੀ ਗਈ। ਸਰਕਾਰ ਦੇ ਮੁੱਲ ਖਰੀਦੇ ਟੁਕੜ ਬੋਚਾਂ ਨੇ ਅਫਸਰਾਂ ਦੀ ਸ਼ਹਿ ਉੱਤੇ ਕੁਛ ਗੜਬੜ ਕਰ ਦਿੱਤੀ ਤੇ ਇਸ ਤਰ੍ਹਾਂ ਦੰਗੇ ਫਸਾਦ ਦਾ ਬਹਾਨਾ ਕੱਢ ਕੇ ਗੋਰਿਆਂ ਨੇ ਗੋਲੀ ਚਲਾ ਦਿੱਤੀ।
5 ਬੰਦੇ ਥਾਂ ਹੀ ਮਰ ਗਏ ਤੇ ਫੱਟੜ ਪਤਾ ਨਹੀਂ ਕਿੰਨੇ ਕੁ ਹੋਏ। ਹੱਥ ਤੁਹਾਡਾ ਬੇੜਾ ਗਰਕ ਬਿੱਲਿਓ। ਅੰਗਰੇਜ਼ਾਂ ਦੇ ਵਿਰੁੱਧ ਜੋਸ਼ ਨਾਲ ਸੱਜਣ ਸਿੰਘ ਦੀ ਛਾਤੀ ਧੜਕਣ ਲੱਗ ਪਈ। ਇਸ ਭਿਆਨਕ ਘਟਨਾ ਦੀ ਖਬਰ ਨੇ ਸਾਰੇ ਦੇਸ਼ ਵਿੱਚ ਅੱਗ ਲਾ ਦਿੱਤੀ। ਬਾਬਾ ਅਕਾਲੀ ਆਪਣੇ ਰੋਹ ਵਿੱਚ ਕਹਿੰਦਾ ਜਾ ਰਿਹਾ ਸੀ। 6 ਅਪ੍ਰੈਲ ਨੂੰ ਸਾਰੇ ਦੇਸ਼ ਵਿੱਚ ਮੁਕੰਮਲ ਹੜਤਾਲ ਹੋਈ। ਕਿਸੇ ਦੁਕਾਨਦਾਰ ਨੇ ਹੱਟੀ ਦਾ ਬੂਹਾ ਤੱਕ ਨਾ ਖੋਲ੍ਹਿਆ। ਹਾਲੀਆਂ ਨੇ ਹਲ ਨਾ ਜੁੱਤੇ। ਮੁੰਡੇ ਸਕੂਲ ਪੜ੍ਹਨ ਨਾ ਗਏ। ਲਾਰੀਆਂ ਤਾਂਗੇ ਬੰਦ। ਸੁੰਜੇ ਸਟੇਸ਼ਨ ਭਾਂ ਭਾਂ ਕਰ ਰਹੇ ਸਨ। ਅਸਵਾਰੀ ਕੋਈ ਨਹੀਂ ਸੀ। ਹਾਂ, ਪੁਲਿਸ ਤੇ ਫੌਜੀ ਹਰਲ ਹਰਲ ਕਰਦੇ ਫਿਰਦੇ ਸਨ ਜਿਵੇਂ ਘਰ ਵਿੱਚ ਅੱਗ ਲੱਗ ਗਈ ਹੋਵੇ। ਅੰਗਰੇਜ਼ਾਂ ਦੀ ਭਾਦੀ ਤਾਂ ਇੱਕ ਗੱਲੇ ਅੱਗ ਹੀ ਸੀ। ਸੱਜਣ ਸਿੰਘ ਨੇ ਅੰਦਰ ਦੀ ਕੁਹਾੜ ਕੱਢੀ। ਵਧੇਰੇ ਤਾਂ ਅੰਗਰੇਜ਼ ਘਬਰਾਏ ਸਨ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੇ ਇਤਫਾਕ ਤੋਂ। ਅੰਗਰੇਜ਼ਾਂ ਦੀ ਮੁੱਢ ਤੋਂ ਨੀਤੀ ਚਲੀ ਆਉਂਦੀ ਆ, ਪਾੜੋ ਤੇ ਰਾਜ ਕਰੋ। ਕਦੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਲੜਾ ਦਿੱਤਾ, ਕਿਤੇ ਕਿਸੇ ਹੋਰ ਢੰਗ ਨਾਲ ਝਗੜਾ ਖੜਾ ਕਰ ਦਿੱਤਾ। ਪਰ ਉਸ ਵੇਲੇ ਹਿੰਦੂ ਮੁਸਲਮਾਨ ਇੱਕ ਜਾਨ ਹੋਏ ਸਨ। ਹਿੰਦੂ ਸਿੱਖ ਮੁਸਲਮਾਨਾਂ ਦੇ ਹੱਥਾਂ ਦਾ ਖੁਸ਼ੀ ਖੁਸ਼ੀ ਖਾ ਪੀ ਰਹੇ ਸਨ। ਮੁਸਲਮਾਨ ਹਿੰਦੂਆਂ ਨੂੰ ਮਸੀਤਾਂ ਵਿੱਚ ਬੁਲਾ ਕੇ ਲੈਕਚਰ ਕਰਵਾ ਰਹੇ ਸਨ। ਬਸ ਪੁੱਛ ਕੁਛ ਨਾ, ਭਰਾਵਾਂ ਵਰਗੇ ਪ੍ਰੇਮ ਦਾ ਉਹ ਜਿਹਾ ਸਮਾਂ ਹਿੰਦੂਆਂ ਮੁਸਲਮਾਨਾਂ ਵਿੱਚ ਮੁੜ ਕੇ ਕਦੇ ਨਹੀਂ ਆਇਆ। ਪਾਸੇ ਤੋਂ ਚੁਆਤੀਆਂ ਲਾਉਣ ਵਾਲਿਆਂ ਹੀ ਪਾੜ ਛੱਡਿਆ ਏ ਨਾ। ਸੱਚਾ ਨਾ ਏ ਪੁੱਤ, ਕਿਤੇ ਅਸੀਂ ਇੱਕ ਮੁੱਠ ਰਹਿੰਦੇ। ਬਾਬੇ ਅਕਾਲੀ ਨੇ ਠੰਡਾ ਸਾਹ ਭਰਿਆ। ਖੈਰ ਸਾਡੇ ਮਿਲਾਪ ਵਿੱਚ ਉਹ ਦਿਨ ਸੁਨਹਿਰੀ ਸਨ। ਅੰਗਰੇਜ਼ਾਂ ਨੂੰ ਸਭ ਤੋਂ ਵਧੇਰੇ ਡਰ ਪੰਜਾਬ ਦਾ ਸੀ। ਐਸੇ ਵਾਸਤੇ ਪੰਜਾਬ ਗਵਰਨਰ ਇੱਕ ਜ਼ਾਲਮ ਅੰਗਰੇਜ਼ ਸਰ ਮਾਈਕਲ ਅਡਵਾਇਰ ਨੂੰ ਬਣਾਇਆ ਹੋਇਆ ਸੀ। ਉਧਰੋਂ ਕਾਂਗਰਸ ਨੇ ਆਪਣਾ ਸਾਲਾਨਾ ਜਲਸਾ ਅੰਮ੍ਰਿਤਸਰ ਰੱਖ ਦਿੱਤਾ। ਅਡਵਾਇਰ ਨੇ ਸਹੁੰ ਖਾ ਲਈ ਸੀ ਕਿ ਮੈਂ ਪੰਜਾਬ ਵਿੱਚ ਕਿਸੇ ਨੂੰ ਕੰਨ ਨਹੀਂ ਹਿਲਾਉਣ ਦੇਣਾ। ਵਿਸਾਖੀ ਤੋਂ 3 ਦਿਨ ਪਹਿਲਾਂ ਯਾਨੀ ਕਿ 10 ਅਪ੍ਰੈਲ ਅੰਮ੍ਰਿਤਸਰ ਦੇ ਡੀਸੀ ਨੇ ਸਵੇਰੇ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਨੂੰ ਆਪਣੀ ਕੋਠੀ ਬੁਲਾ ਕੇ ਧੋਖੇ ਨਾਲ ਕੈਦ ਕਰ ਲਿਆ। ਇਸ ਗੱਲੋਂ ਸ਼ਹਿਰ ਦੇ ਲੋਕ ਭੜਕ ਉੱਠੇ। ਹਜ਼ਾਰਾਂ ਬੰਦੇ ਇਕੱਠੇ ਹੋ ਕੇ ਜ਼ਿਲ੍ਹਾ ਕਚਹਿਰੀ ਨੂੰ ਤੁਰ ਪਏ। ਜਲੂਸ ਰੇਲ ਦੇ ਪੁਲ ਤੋਂ ਪਾਰ ਹੁੰਦਾ ਹੋਇਆ ਤਾਂ ਅੱਗੋਂ ਫੌਜ ਨੇ ਆ ਕੇ ਰਾਹ ਰੋਕਿਆ। ਬਿਨਾਂ ਪੁੱਛਿਆਂ ਦੱਸਿਆਂ ਹੀ ਫੌਜ ਨੇ ਗੋਲੀ ਚਲਾ ਦਿੱਤੀ। ਪਿੱਛੋਂ ਇਹ ਬਹਾਨਾ ਘੜ ਲਿਆ ਕਿ ਭੀੜ ਨੇ ਪਹਿਲਾਂ ਇੱਟਾਂ ਮਾਰੀਆਂ ਸਨ ਤਾਂ ਫੌਜ ਨੂੰ ਗੋਲੀ ਚਲਾਉਣੀ ਪਈ। ਇਹੋ ਜਿਹੇ ਝੂਠੇ ਬਹਾਨੇ ਸਰਕਾਰ ਹਮੇਸ਼ਾ ਘੜ ਲਿਆ ਕਰਦੀ। ਝੂਠੇ ਦਾ ਕਿਸੇ ਮੂੰਹ ਫੜ ਲਾਉਣਾ ਏ। ਇੱਥੇ 2 ਬੰਦੇ ਥਾਂ ਮਰ ਗਏ ਤੇ ਪਤਾ ਨਹੀਂ 100 ਕਿ 200 ਫੱਟੜ ਹੋ ਗਏ। ਫੱਟੜਾਂ ਤੇ ਸ਼ਹੀਦਾਂ ਨੂੰ ਚੁੱਕ ਕੇ ਜਲੂਸ ਪਿਛਾਂ ਸ਼ਹਿਰ ਵੱਲ ਮੁੜ ਗਿਆ। ਲੋਕ ਡਾਢੇ ਗੁੱਸੇ ਵਿੱਚ ਬੇਕਾਬੂ ਹੋ ਰਹੇ ਸਨ। ਰਾਹ ਵਿੱਚ ਸਰਕਾਰੀ ਬੈਂਕ, ਉਹ ਨੈਸ਼ਨਲ ਬੈਂਕ ਆ ਗਿਆ। ਬੈਂਕ ਦਾ ਮੈਨੇਜਰ ਅੰਗਰੇਜ਼ ਸੀ। ਉਹ ਬਾਹਰ ਨਿਕਲ ਕੇ ਲੱਗਾ ਲੋਕਾਂ ਤੇ ਰੋਹ ਪਾਉਣ, ਤੁਮਕਾਲਾ ਲੋਕ ਭਾਗ ਜਾਓ ਨਹੀਂ ਤਾਂ ਗ੍ਰਿਫਤਾਰ ਕਰ ਲਈਏ ਜਾਓਗੇ। ਇਹ ਧਮਕੀ ਸੁਣ ਕੇ ਲੋਕ ਵਧੇਰੇ ਭੜਕ ਉੱਠੇ। ਉਹਨਾਂ ਅੰਗਰੇਜ਼ ਮੈਨੇਜਰ ਨੂੰ ਥਾਂ ਤੇ ਹੀ ਮਾਰ ਦਿੱਤਾ ਤੇ ਬੈਂਕ ਨੂੰ ਅੱਗ ਲਾ ਦਿੱਤੀ। ਹੈ ਇੱਥੇ ਰੱਖ, ਤੂੰ ਤਾਂ ਕਰ ਲੈ ਖਾਂ ਗ੍ਰਿਫਤਾਰ। ਇੱਕ ਅੰਗਰੇਜ਼ ਦੀ ਮੌਤ ਸੁਣ ਕੇ ਸੱਜਣ ਸਿੰਘ ਦੇ ਅੰਦਰ ਪੈਦਾ ਹੋਏ ਬਦਲੇ ਦੀ ਭਾਵਨਾ ਨੂੰ ਕੁਛ ਖੁਸ਼ੀ ਹਾਸਲ ਹੋਈ। ਇਹ ਖਬਰ ਸੁਣ ਕੇ ਸਰਕਾਰੀ ਅਫਸਰਾਂ ਨੇ ਸ਼ਹਿਰ ਫੌਜ ਦੇ ਹਵਾਲੇ ਕਰ ਦਿੱਤਾ। ਸਾਰੇ ਬਾਜ਼ਾਰ ਤੇ ਚੌਂਕ ਫੌਜ ਨੇ ਮੰਨ ਲਏ। ਅੰਮ੍ਰਿਤਸਰ ਦੀਆਂ ਖਬਰਾਂ ਬਾਹਰ ਖਿਲਰੀਆਂ ਤੇ ਗੁਜਰਾਂ ਵਾਲੇ ਲਾਹੌਰ, ਕਸੂਰ ਆਦਿ ਕਈ ਥਾਵਾਂ ਤੇ ਗੜਬੜ ਹੋ ਗਈ। ਕਸੂਰ ਦੀ ਤਾਂ ਤੁਹਾਨੂੰ ਵੀ ਥੋੜ੍ਹੀ ਬਹੁਤ ਸੰਭਾਲੀ ਹੋਵੇਗੀ। ਬਾਬੇ ਅਕਾਲੀ ਨੇ ਸੱਜਣ ਸਿੰਘ ਵੱਲ ਬੜੇ ਧਿਆਨ ਨਾਲ ਤੱਕਦਿਆਂ ਪੁੱਛਿਆ। ਹਾਂ, ਮੁੰਡ ਪੁਣੇ ਦੀਆਂ ਗੱਲਾਂ ਭੁੱਲਦੀਆਂ ਜਾ ਰਹੀਆਂ ਨੇ। ਸੱਜਣ ਸਿੰਘ ਨੇ ਜਿਵੇਂ ਆਪਣੀ ਭੁੱਲ ਮਹਿਸੂਸ ਕਰਦਿਆਂ ਸਿਰ ਝੁਕਾ ਕੇ ਕਿਹਾ। ਤੁਹਾਨੂੰ ਭੁੱਲ ਗਈਆਂ ਹੋਣਗੀਆਂ, ਪਰ ਮੇਰੇ ਤਾਂ ਬੱਚੂ ਸੀਨੇ ਤੇ ਲਿਖੀਆਂ ਪਈਆਂ ਨੇ। ਤੁਸੀਂ ਵਿਹਲੇ ਵੇਲੇ ਤਾਸ਼ ਖੇਡ ਕੇ ਜੀਭ ਪਰਚਾ ਲੈਂਦੇ ਹੋ ਤੇ ਮੈਂ ਇਹੋ ਜਿਹੀਆਂ ਕਿਤਾਬਾਂ ਪੜ੍ਹਦਾ ਰਹਿਣਾ ਜਿਨ੍ਹਾਂ ਵਿੱਚ ਸਾਡੇ ਕੌਮੀ ਸ਼ਹੀਦਾਂ ਦੀਆਂ ਕਹਾਣੀਆਂ ਦਰਜ ਨੇ। ਉਦਣ ਗਹਿਣਾ ਕਹਿੰਦਾ ਸੀ, ਬਾਬਾ ਤੈਨੂੰ ਇਹ ਸਭ ਕੁਝ ਕਿਵੇਂ ਯਾਦ ਏ? ਮੈਂ ਕੀ ਦੱਸਾਂ, ਮੈਨੂੰ ਭੁੱਲ ਹੀ ਕਿਵੇਂ ਸਕਦਾ ਏ। ਇਹ ਗੱਲਾਂ ਮੇਰੇ ਲਹੂ ਵਿੱਚ ਰਚ ਚੁੱਕੀਆਂ ਨੇ। ਕਿਤੇ ਵੀ ਕੋਈ ਇਹੋ ਜਿਹੀ ਘਟਨਾ ਵਾਪਰੀ, ਪੜ੍ਹਦਾ ਸੁਣਦਾ ਹਾਂ ਤਾਂ ਮੈਂ ਆਪਣੀ ਡਾਇਰੀ ਵਿੱਚ ਲਿਖ ਲੈਂਦਾ। ਪਤਾ ਹੈ ਨਾ ਤੈਨੂੰ, ਜ਼ਖਮ ਤੇ ਖਰੀਂਡ ਆਉਣ ਲੱਗੇ ਤਾਂ ਕਿੰਨੀ ਜਲੂਣ ਜਿਹੀ ਹੁੰਦੀ ਆ। ਤੰਗ ਪਿਆ ਆਦਮੀ ਖਰੀਂਡ ਛਿੱਲ ਘੱਤਦਾ ਏ। ਇਹ ਹਾਲਤ ਮੇਰੀ ਏ। ਜਰਾ ਕੋਈ ਯਾਦ ਧੁੰਦਲੀ ਪੈਣ ਲੱਗਦੀ ਏ ਤਾਂ ਮੈਂ ਖਰੀਂਡ ਛਿੱਲ ਲੈਂਦਾ, ਆਪਣੀ ਡਾਇਰੀ ਕੱਢ ਕੇ ਪੜ੍ਹਨ ਲੱਗ ਪੈਂਦਾ। ਉਸ ਦਿਨ ਫਿਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਤੈਨੂੰ ਸ਼ਾਇਦ ਇਤਬਾਰ ਨਾ ਆਵੇ, ਕਈ ਵਾਰ ਮੈਨੂੰ 8-8 ਦਿਨ ਨੀਂਦ ਨਹੀਂ ਆਉਂਦੀ। ਜੇਲ੍ਹ ਵਿੱਚ ਜਦੋਂ ਮਾਰਸ਼ਲ ਲਾ ਦੀਆਂ ਖਬਰਾਂ ਸੁਣੀਦੀਆਂ ਸਨ, ਅਸਾਂ 3 ਦਿਨ ਰੋਟੀ ਨਹੀਂ ਸੀ ਖਾਧੀ। ਕਈ ਰਾਤਾਂ ਮੈਂ ਜਾਗਦਿਆਂ ਗੁਜ਼ਾਰ ਦਿੱਤੀਆਂ ਸਨ। ਤੇ ਜਦੋਂ ਹੀਰੇ ਨੇ ਜਾ ਕੇ ਇਹ ਸਭ ਕੁਝ ਜ਼ੁਬਾਨੀ ਦੱਸਿਆ, ਮੇਰਾ ਅੰਦਰ ਬਾਲ ਉੱਠਿਆ ਸੀ। ਕਸੂਰ ਦੀ ਗੜਬੜ ਵਿਸਾਖੀ ਤੋਂ 1 ਦਿਨ ਪਹਿਲਾਂ ਹੋਈ ਸੀ।
ਭੜਕੀ ਹੋਈ ਭੀੜ ਨੇ ਡਾਕਖਾਨਾ ਤੇ ਰੇਲ ਦਾ ਸਟੇਸ਼ਨ ਛਾੜ ਦਿੱਤੇ। ਹੋਰ ਵੀ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪੁੱਜਾ। ਦਿੱਲੀ, ਲਾਹੌਰ ਤਾਰਾਂ ਖੜਕ ਗਈਆਂ। ਕੈਪਟਨ ਡੋਬਟਨ ਦੇਸੀ ਤੇ ਗੋਰੀ ਫੌਜ ਲੈ ਕੇ ਆ ਗਿਆ। ਉਹਨੇ ਆਉਂਦਿਆਂ ਸ਼ਹਿਰ ਨੂੰ ਘੇਰ ਲਿਆ। ਜਿਹੜਾ ਵੀ ਬੰਦਾ ਕਿਤੇ ਘਰੋਂ ਬਾਹਰ ਸੜਕ ਬਾਜ਼ਾਰ ਵਿੱਚ ਨਜ਼ਰੀ ਪੈ ਗਿਆ ਫੜ ਲਿਆ। ਕਸੂਰ ਰੇਲ ਦੇ ਸਟੇਸ਼ਨ ਦੇ ਸਾਹਮਣੇ ਖੁੱਲੀ ਤਾਂ ਪਈ ਹੈ ਨਾ, ਇੱਥੇ ਕੰਡਿਆਂ ਵਾਲੀ ਤਾਰ ਦਾ ਜੰਗਲਾ ਵਲ ਦਿੱਤਾ। ਜਿਹੜਾ ਪੰਛੀ ਕਾਬੂ ਆ ਗਿਆ ਝੱਟ ਪਿੰਜਰੇ ਵਿੱਚ ਬੰਦ। ਨਾਲ ਹੀ ਉੱਥੇ 3 ਫਾਂਸੀਆਂ ਕੱਢ ਦਿੱਤੀਆਂ ਗਈਆਂ। ਕੁਛ ਆਦਮੀ ਫੜ ਕੇ ਬਿਨਾਂ ਪੁੱਛ ਪੜਤਾਲ ਕੀਤੇ ਫਾਂਸੀ 'ਤੇ ਲਟਕਾ ਦਿੱਤੇ। ਉਹਨਾਂ ਦੀਆਂ ਲੋਥਾਂ ਉਹਨਾਂ ਚਿਰ ਫਾਂਸੀ ਦੇ ਰੱਸਿਆਂ ਨਾਲ ਲਟਕਦੀਆਂ ਰਹੀਆਂ ਜਿੰਨਾ ਚਿਰ ਪਹਿਲਿਆਂ ਦੀ ਥਾਵੇਂ ਨਵੇਂ ਬੰਦੇ ਨਾਲ ਲਟਕਾ ਦਿੱਤੇ ਗਏ। ਫਾਂਸੀ ਚੜ੍ਹਨ ਵਾਲਿਆਂ ਦੇ ਵਾਰਸ ਸਾਹਮਣੇ ਖਲੇ ਰੋਂਦੇ ਸਨ ਤੇ ਗੋਰੇ ਸਿਪਾਹੀ ਵੇਖ ਵੇਖ ਖਿੱਲੀ ਮਾਰਦੇ ਸਨ। ਸੁਣ ਕੇ ਸੱਜਣ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਇਹ ਹਾਲ ਗੁਜਰਾਂਵਾਲੇ, ਲਾਹੌਰ ਤੇ ਸ਼ੇਖੂਪੁਰ ਵਿੱਚ ਹੋਇਆ। ਕਿਹੜੀ ਕਿਹੜੀ ਥਾਂ ਦਾ ਜ਼ਿਕਰ ਕਰਾਂ, ਫੋੜੇ ਵਾਂਗ ਦਿਲ ਭਰਿਆ ਪਿਆ ਏ। ਕਹਿੰਦਿਆਂ ਕਹਿੰਦਿਆਂ ਬਾਬਾ ਅਕਾਲੀ ਦਾ ਦਿਲ ਭਰ ਆਇਆ ਤੇ ਉਹ ਕੁਛ ਚਿਰ ਸਾਹ ਲੈਣ ਵਾਸਤੇ, ਆਪਣੇ ਜਜ਼ਬਾਤ ਉੱਤੇ ਕਾਬੂ ਪਾਉਣ ਵਾਸਤੇ ਚੁੱਪ ਕਰ ਗਿਆ। ਸਭ ਤੋਂ ਵੱਡਾ ਸਾਕਾ ਜਲਿਆਂਵਾਲੇ ਬਾਗ ਦਾ ਹੋਇਆ। ਉਸ ਦਿਨ ਵਿਸਾਖੀ ਦਾ ਪੁਰਬ ਸੀ। ਅੰਮ੍ਰਿਤਸਰ ਵਿਸਾਖੀ ਉੱਤੇ 1.5 ਲੱਖ ਬੰਦਾ ਸਹਿਜੇ ਇਕੱਠਾ ਹੋ ਜਾਂਦਾ ਏ। ਸਾਡੇ ਲੀਡਰਾਂ ਨੇ ਉਸ ਮੌਕਿਆਂ ਉੱਤੇ ਜਲਿਆਂਵਾਲੇ ਬਾਗ ਵਿੱਚ ਇੱਕ ਵੱਡਾ ਜਲਸਾ ਕਰਨ ਦਾ ਐਲਾਨ ਕੀਤਾ। ਜਲਸਾ ਹੋਈਆਂ ਘਟਨਾਵਾਂ ਦੇ ਰੋਸ ਵਜੋਂ ਸੀ। 20,000 ਤੋਂ ਵੱਧ ਲੋਕ ਬਾਗ ਵਿੱਚ ਇਕੱਠੇ ਹੋ ਗਏ। ਉਸ ਥਾਂ ਦਾ ਨਾਂ ਹੀ ਜਲਿਆਂਵਾਲਾ ਬਾਗ ਏ। ਸ਼ਹਿਰ ਦੇ ਮਕਾਨਾਂ ਵਿੱਚ ਘਿਰਿਆ ਹੋਇਆ ਇੱਕ ਖੁੱਲ੍ਹਾ ਥਾਂ ਪਿਆ ਏ ਜਿਸ ਦਾ ਬਾਜ਼ਾਰ ਵੱਲ ਇੱਕ ਤੰਗ ਜਿਹਾ ਬੂਹਾ ਹੈ। ਹਿੰਦੂ, ਸਿੱਖ, ਮੁਸਲਮਾਨ, ਈਸਾਈ, ਇਸਤਰੀਆਂ, ਮਰਦ, ਬੁੱਢੇ ਤੇ ਬੱਚੇ ਸਭ ਮਿਲ ਕੇ ਆਪਣੇ ਆਗੂਆਂ ਦੀਆਂ ਤਕਰੀਰਾਂ ਸੁਣਨ ਵਾਸਤੇ ਸ਼ਾਂਤ ਬੈਠੇ ਸਨ। ਪਤਾ ਤਦ ਲੱਗਾ ਜਾਂ ਜਨਰਲ ਡਾਇਰ ਬੂਹੇ ਵਿੱਚ ਅੰਦਰ ਵਾਰ ਆ ਖਲਾ। ਉਹਦੇ ਨਾਲ 100 ਹਿੰਦੁਸਤਾਨੀ ਤੇ 50 ਗੋਰੇ ਸਨ। ਅੱਗੇ ਹਿੰਦੁਸਤਾਨੀ ਸਿਪਾਹੀ ਬੰਦੂਕਾਂ ਤਾਣ ਕੇ ਖਲੋ ਗਏ ਤੇ ਉਹਨਾਂ ਦੇ ਮਗਰ ਗੋਰੇ ਫੌਜੀ। ਆਉਂਦਿਆਂ ਹੀ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਗੋਲੀ ਹਿੰਦੀ ਸਿਪਾਹੀਆਂ ਤੋਂ ਚਲਵਾਈ ਗਈ। ਉਹਨਾਂ ਹਿੰਦੁਸਤਾਨੀਆਂ ਨੂੰ ਵੀ ਆਪਣੇ ਭਰਾਵਾਂ 'ਤੇ ਤਰਸ ਨਾ ਆਇਆ। ਉਹਨਾਂ ਦਾ ਵਸ ਚੱਲਦਾ ਤਾਂ ਪੁੱਤ ਉਹ ਆਪਣੇ ਭਰਾਵਾਂ 'ਤੇ ਗੋਲੀ ਚਲਾਉਂਦੇ। ਉਹ ਕਾਨੂੰਨ ਦੇ ਸ਼ਿਕੰਜੇ ਵਿੱਚ ਜਕੜੇ ਹੋਏ ਸਨ। ਫਿਰ ਉਹਨਾਂ ਦੇ ਪਿੱਛੇ 50 ਗੋਰੇ ਫੌਜੀ ਬੰਦੂਕਾਂ ਤਾਣੀ ਖਲੇ ਸਨ। ਹਿੰਦੁਸਤਾਨੀ ਜਰਾ ਕੋ ਨਾ ਨੁਕਰ ਕਰਦੇ ਤਾਂ ਗੋਰੇ ਉਹਨਾਂ ਉੱਤੇ ਗੋਲੀ ਚਲਾ ਦਿੰਦੇ। ਨਾਲੇ ਸਿਰ 'ਤੇ ਖਲੋਤਾ ਡਾਇਰ ਚੰਗਾੜ ਰਿਹਾ ਸੀ, ਜ਼ੋਰ ਸੇ ਗੋਲੀ ਚਲਾਓ, ਖੂਬ ਨਿਸ਼ਾਨੇ ਪਰ ਮਾਰੋ, ਕੋਈ ਬਚ ਕਰ ਨਾ ਜਾਏ। ਬਸ ਗੋਲੀਆਂ ਦਾ ਮੀਂਹ ਵਰ ਗਿਆ ਤੇ ਲੋਥਾਂ ਦੇ ਢੇਰ ਲੱਗ ਗਏ। ਸਾਰੀ ਧਰਤੀ ਲਹੂ ਨਾਲ ਰੰਗੀ ਗਈ। ਹਾਲ ਦੁਹਾਈ ਤੇ ਹਾਏ ਪਾਰਿਆ ਮਚ ਗਏ। ਇੱਕ ਗੋਲੀ ਖਾ ਕੇ ਕੋਈ ਜੀ ਪਿਆਣਾ ਜਾਨ ਬਚਾਉਣ ਵਾਸਤੇ ਨੱਸਦਾ ਤਾਂ ਦੂਜੀ ਖਾ ਕੇ ਉੱਥੇ ਹੀ ਠੰਡਾ ਹੋ ਜਾਂਦਾ। ਬੱਚੇ ਵਿਲਕ ਰਹੇ ਸਨ, ਇਸਤਰੀਆਂ ਚੀਕਦੀਆਂ ਸਨ ਤੇ ਡਾਇਰ ਲਲਕਾਰੇ ਮਾਰਦਾ ਗੋਲੀ ਚਲਵਾ ਰਿਹਾ ਸੀ। ਬਾਬਾ ਕਾਲੀਆ ਸੱਜਣ ਸਿੰਘ ਦਾ ਗਲਾ ਭਰ ਆਇਆ ਤੇ ਉਹਨੇ ਪਾਸੇ ਮੂੰਹ ਕਰਕੇ ਅੱਖਾਂ ਪੂੰਝ ਲਈਆਂ। ਪੁੱਤ ਸੱਜਣ ਸਿਆ, ਇੱਕ ਤੂੰ ਹੀ ਨਹੀਂ। ਇਹ ਹਾਲ ਸੁਣ ਕੇ ਸਾਰਾ ਦੇਸ਼ ਰੋ ਉੱਠਿਆ ਸੀ। ਗੱਲ ਵੀ ਰੋਣ ਵਾਲੀ ਹੀ ਸੀ। ਜ਼ੁਲਮ ਦੀ ਅਖੀਰ ਹੋ ਗਈ ਸੀ। ਵੇਂਦਿਆਂ ਵੇਂਦਿਆਂ ਹਜ਼ਾਰਾਂ ਆਦਮੀ ਭੁੰਨ ਦਿੱਤੇ ਗਏ ਸਨ। ਦੁੱਧ ਚੁੰਗਦੇ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਹੀ ਸੌਂ ਗਏ ਸਨ। ਇੱਕ ਆਖਰੀ ਚੀਕ ਤੋਂ ਪਿੱਛੋਂ ਮਾਵਾਂ ਨੂੰ ਉਹਨਾਂ ਦੀ ਠੰਡੀ ਆਹ ਵੀ ਸੁਣਨੀ ਨਸੀਬ ਨਹੀਂ ਸੀ ਹੋਈ। ਫਿਰ ਸਾਰੀ ਰਾਤ ਡਾਇਰ ਸਣੇ ਫੌਜ ਉੱਥੇ ਆਕੜਿਆ ਰਿਹਾ। ਫਟੜਾਂ ਦੀਆਂ ਹਾਏ ਪਾਣੀ ਦੀਆਂ ਕੂਕਾਂ ਸੁਣ ਕੇ ਧਰਤੀ ਤੇ ਅੰਬਰ ਰੋ ਰਹੇ ਸਨ। ਪਰ ਗੋਰੀ ਚਮੜੀ ਤੇ ਕਾਲੇ ਦਿਲ ਵਾਲੇ ਅੰਗਰੇਜ਼ ਜਨਰਲ ਡਾਇਰ ਨੂੰ ਤਰਸ ਨਾ ਆਇਆ। ਨਾ ਫਟੜਾਂ ਵਾਸਤੇ ਕੋਈ ਡਾਕਟਰੀ ਮਦਦ ਹੀ ਪਹੁੰਚਣ ਦਿੱਤੀ ਗਈ, ਨਾ ਹੀ ਕਿਸੇ ਕਿਸਮ ਦੀ ਕੋਈ ਸਹਾਇਤਾ ਹੀ। ਕਈ ਫਟੜ ਪਾਣੀ ਖੁਣੋਂ ਹੀ ਤੜਫ ਕੇ ਮਰ ਗਏ। ਇਸ ਪਾਪ ਦਾ ਬਦਲਾ ਅੰਗਰੇਜ਼ਾਂ ਨੂੰ ਨਹੀਂ ਦੇਣਾ ਪਵੇਗਾ। ਸਾਡਾ ਵਸ ਚੱਲੇ ਤਾਂ। ਸੱਜਣ ਸਿੰਘ ਦਾ ਖੂਨ ਉਬਲ ਰਿਹਾ ਸੀ। ਹਰ ਪਾਪ ਦਾ ਬਦਲਾ ਇਨਸਾਨ ਨੂੰ ਚੁਕਾਉਣਾ ਪੈਂਦਾ ਏ। ਜਲਿਆਂਵਾਲੇ ਬਾਗ ਦੀ ਹੱਤਿਆ ਸਦਕਾ ਅੰਗਰੇਜ਼ਾਂ ਨੂੰ ਛੇਤੀ ਹੀ ਇੱਥੋਂ ਬੇਇੱਜ਼ਤ ਹੋ ਕੇ ਜਾਣਾ ਪਵੇਗਾ। ਇਸ ਤੋਂ ਵੱਡਾ ਅਤਿਆਚਾਰ ਵੀ ਕੋਈ ਹੋ ਸਕਦਾ ਏ। ਉਹ ਨਿਹੱਥੇ ਲੋਕ ਸ਼ਾਂਤੀ ਨਾਲ ਬੈਠੇ ਆਪਣੇ ਲੀਡਰਾਂ ਦੀਆਂ ਤਕਰੀਰਾਂ ਸੁਣ ਰਹੇ ਸਨ। ਕਿਸੇ ਦਾ ਕੁਛ ਗਵਾ ਨਹੀਂ ਸੀ ਰਹੇ। ਕਿਸੇ ਦੇ ਵਿਰੁੱਧ ਹਥਿਆਰ ਫੜ ਕੇ ਧਾਵਾ ਬੋਲਣ ਦੀ ਸਲਾਹ ਨਹੀਂ ਸੀ ਕਰ ਰਹੇ। ਬਿਨਾਂ ਕਾਰਨ ਉਹਨਾਂ ਨੂੰ ਦਾਣਿਆਂ ਵਾਂਗ ਭੁੰਨ ਦਿੱਤਾ। ਸਰਕਾਰੀ ਬਿਆਨ ਏ ਕਿ 400 ਮਰੇ ਤੇ 2000 ਫੱਟੜ ਹੋਏ, ਪਰ ਲੋਕਾਂ ਦਾ ਖਿਆਲ ਏ ਕਿ ਮਰਨ ਵਾਲਿਆਂ ਦੀ ਗਿਣਤੀ 2000 ਦੇ ਲਗਭਗ। ਫੱਟੜ ਹੋਣ ਵਾਲਿਆਂ ਦਾ ਕੋਈ ਹਿਸਾਬ ਹੀ ਨਹੀਂ ਸੀ। ਉਸ ਵੇਲੇ ਹਿਸਾਬ ਲਾਉਂਦਾ ਵੀ ਕੌਣ। ਇੱਥੇ ਹੀ ਬਸ ਨਹੀਂ, ਲਾਹੌਰ, ਗੁਜਰਾਂਵਾਲੇ, ਸ਼ੇਖੂਪੁਰ,
ਕੋਈ ਥਾਵਾਂ ਤੇ ਲਹੂ ਦੀ ਹੋਲੀ ਖੇਡੀ ਗਈ। ਮਾਰਸ਼ਲ ਲਾ ਲਾ ਕੇ ਅੰਗਰੇਜ਼ ਹਾਕਮਾਂ ਨੇ ਮੌਤ ਦਾ ਨੰਗਾ ਨਾਚ ਨੱਚਿਆ। ਸਿਰਫ ਪੈਦਲਾਂ ਤੇ ਘੋੜ ਸਵਾਰਾਂ ਨੇ ਹੀ ਗੋਲੀਆਂ ਨਹੀਂ ਚਲਾਈਆਂ, ਹਵਾਈ ਜਹਾਜ਼ਾਂ ਤੋਂ ਬੰਬ ਸੁੱਟੇ ਗਏ ਤੇ ਮਸ਼ੀਨ ਗਨ ਨਾਲ ਗੋਲੀਆਂ ਦੇ ਮੀਂਹ ਵਰਾਏ ਗਏ। ਖੇਤਾਂ ਵਿੱਚ ਕੰਮ ਕਰਦਿਆਂ ਕਾਮਿਆਂ ਉੱਤੇ ਹਵਾਈ ਜਹਾਜ਼ਾਂ ਨੇ ਫਾਇਰ ਕੀਤੇ। ਪਿੰਡਾਂ ਵਿੱਚ ਘਰਾਂ ਅੰਦਰ ਫਿਰਦਿਆਂ ਨੂੰ ਮਸ਼ੀਨ ਗੰਨਾਂ ਨਾਲ ਭੁੰਨ ਗਿਆ। ਇੰਨਾ ਕੁਛ ਕਰਨ ਪਿੱਛੋਂ ਵੱਡੇ ਵੱਡੇ ਸ਼ਹਿਰਾਂ ਵਿੱਚ ਕਈ ਦਿਨ ਹਿੰਦੀਆਂ ਦੀਆਂ ਪੱਤ ਰੋਲੀ ਗਈ। ਸੂਬੇ ਵਿੱਚ ਲੋਕਾਂ ਨੂੰ ਫੜ ਕੇ ਆਮ ਜਨਤਾ ਦੇ ਸਾਹਮਣੇ ਅਲਫ ਨੰਗੀਆਂ ਕਰਕੇ ਬੈਤ ਮਾਰੇ ਗਏ। ਫਿਰ ਬੇਗੁਨਾਹ ਨੂੰ ਫੜ ਕੇ ਸੜਕਾਂ ਉੱਤੇ ਢਿੱਡ ਪਰਨੇ ਲੰਮਿਆਂ ਪਾ ਕੇ ਰਿੜਨ ਵਾਸਤੇ ਮਜਬੂਰ ਕੀਤਾ ਗਿਆ। ਬਾਬਾ, ਸਾਡਾ ਜਿਉਣ ਦਾ ਕੋਈ ਹਾਜੇ ਫਿਰ? ਪੁੱਤ, ਗੁਲਾਮ ਦੇ ਜਿਉਣ ਦਾ ਵੀ ਕਿਤੇ ਵੀ ਕੋਈ ਹੱਜ ਨਹੀਂ ਤੇ ਲਹੂ ਦੀ ਕੁਰਬਾਨੀ ਦਿੱਤਿਆਂ ਬਿਨਾਂ ਕਦੇ ਵੀ ਕੋਈ ਕੌਮ ਆਜ਼ਾਦ ਨਹੀਂ ਹੋਈ। ਸਾਨੂੰ ਅਜੇ ਵੀ ਬਹੁਤ ਕੁਛ ਕਰਨਾ ਤੇ ਸਹਿਣਾ ਪਵੇਗਾ। ਇੰਨਾ ਕੁਛ ਕਰਨ ਪਿੱਛੋਂ ਸਰਕਾਰ ਨੇ ਬਹੁਤ ਸਾਰੇ ਬੰਦਿਆਂ ਉੱਤੇ ਮੁਕੱਦਮੇ ਚਲਾਏ। ਕਈ ਫਾਂਸੀ ਲਾਏ ਗਏ, ਕਈਆਂ ਨੂੰ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਬੋਲੀ, ਕੁਛ 10-10, 7-7, 5-5 ਸਾਲ ਕੈਦ ਹੋਏ। ਸਭ ਦਾ ਜੁਰਮ ਇੱਕੋ ਸੀ ਕਿ ਉਹ ਗੁਲਾਮ ਕੌਮ ਦੇ ਬੰਦੇ ਸਨ, ਪਰ ਆਪਣੀ ਆਜ਼ਾਦੀ ਦੇ ਚਾਹਵੰਦ ਸਨ। ਪੰਜਾਬ ਵਿੱਚ ਇੰਨਾ ਕੁਛ ਹੋ ਗਿਆ, ਪਰ ਗਾਂਧੀ ਨਾ ਪੋੜਿਆ। ਸੱਜਣ ਸਿੰਘ ਨੂੰ ਉਸ ਵੇਲੇ ਮਹਾਤਮਾ ਗਾਂਧੀ ਉੱਤੇ ਵੀ ਗੁੱਸਾ ਆ ਰਿਹਾ ਸੀ। ਮਹਾਤਮਾ ਗਾਂਧੀ ਸੁਣ ਕੇ ਰਹਿ ਸਕਦਾ ਸੀ, ਪਰ ਉਹਨੂੰ ਸਰਕਾਰ ਨੇ ਪੰਜਾਬ ਵਿੱਚ ਅੱਪੜੇ ਨਹੀਂ ਨਾ ਦਿੱਤਾ। ਦਿੱਲੀੋਂ ਪਛਾਂ ਹੀ ਉਸ ਨੂੰ ਫੜ ਕੇ ਵਾਪਸ ਬੰਬਈ ਲੈ ਗਏ। ਉਹਦੇ ਮਨ ਉੱਤੇ ਇਹਨਾਂ ਅਤਿਆਚਾਰਾਂ ਦਾ ਬੜਾ ਅਸਰ ਹੋਇਆ। ਉਹਨੇ ਉਸ ਵੇਲੇ ਸੱਤਿਆਗ੍ਰਹਿ ਕਰਨ ਦਾ ਇਰਾਦਾ ਛੱਡ ਦਿੱਤਾ। ਫਿਰ ਇੰਨੀ ਕੁਰਬਾਨੀ ਐਵੇਂ ਹੀ ਗਈ। ਕੁਰਬਾਨੀ ਕਦੇ ਨਿਸਫਲ ਨਹੀਂ ਜਾਂਦੀ। ਇਸ ਦਾ ਇੱਕ ਤਾਂ ਇਹ ਸਿੱਟਾ ਨਿਕਲਿਆ ਕਿ ਰੋਲਟ ਬਿੱਲ ਲਾਗੂ ਨਹੀਂ ਕੀਤਾ ਜਾ ਸਕਿਆ, ਸਰਕਾਰ ਦੀ ਹਿੰਮਤ ਹੀ ਨਹੀਂ ਪਈ, ਤੇ ਦੂਜਾ ਅਸਰ ਸਾਰਾ ਭਾਰਤ ਪੂਰੀ ਤਰ੍ਹਾਂ ਜਾਗ ਉੱਠਿਆ। ਪਿੱਛੋਂ ਚੱਲਣ ਵਾਲੀਆਂ ਲਹਿਰਾਂ ਵਿੱਚ ਜਿੰਨਾ ਜੋਸ਼ ਤੇ ਬਲ ਸੀ, ਸਭ ਇਸੇ ਕੁਰਬਾਨੀ ਦਾ ਸਦਕਾ। ਨਾ ਮਿਲਵਰਤਨ ਲਹਿਰ ਚੱਲੀ, ਵਿਦੇਸ਼ੀ ਮਾਲ ਦਾ ਬਾਈਕਾਟ ਕੀਤਾ ਗਿਆ, ਦੁਕਾਨਾਂ ਉੱਤੇ ਪਿਕਟਿੰਗ ਹੋਈ ਤੇ ਵਲੈਤੀ ਕੱਪੜੇ ਦੀ ਹੋਲੀ ਬਾਲੀ ਗਈ। ਕਈ ਲੋਕ ਆਂਦੇ ਨੇ ਗਾਂਧੀ ਦੇ ਖੱਦਰ ਦੇ ਪ੍ਰਚਾਰ ਨੇ ਦੇਸ਼ ਦਾ ਕੀ ਸਵਾਰਿਆ। ਖੱਦਰ ਦੇ ਪ੍ਰਚਾਰ ਤੇ ਵਲੈਤੀ ਮਾਲ ਦੇ ਬਾਈਕਾਟ ਕਰਕੇ ਇੰਗਲੈਂਡ ਦੇ ਕਈ ਕਾਰਖਾਨੇ ਬੰਦ ਹੋ ਗਏ। ਸੱਚ ਪੁੱਛਦਾ ਏ ਤਾਂ ਵਲੈਤ ਵਿੱਚ ਪਿੱਟਣੇ ਪੈ ਗਏ ਸਨ। ਨਾ ਮਿਲਵਰਤਨ ਲਹਿਰ ਦੇ ਨਾਲ ਨਾਲ ਪੰਜਾਬ ਵਿੱਚ ਗੁਰਦੁਆਰਾ ਲਹਿਰ ਬੜੀ ਜ਼ੋਰਾਂ ਦੀ ਚੱਲੀ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਕੁਰਬਾਨੀ ਵਾਲੀ ਅਖੀਰ ਕਰ ਦਿੱਤੀ। ਉਸ ਨਾਲ ਤਾਂ ਅੰਗਰੇਜ਼ੀ ਸਰਕਾਰ ਦਾ ਪੈ ਹੀ ਚੁੱਕਿਆ ਗਿਆ। ਫਿਰ ਕਿਸੇ ਦਿਨ ਤੈਨੂੰ ਇਹ ਸਾਰੀ ਕਥਾ ਸੁਣਾਵਾਂਗਾ। ਬਾਬਾ ਕਾਲੀਆ, ਅੱਜ ਤਾਂ ਅੰਦਰ ਅੱਗ ਬਾਲ ਦਿੱਤੀ ਓ। ਮੇਰੇ ਸਾਰੇ ਸਰੀਰ ਵਿੱਚ ਇਸ ਵੇਲੇ ਝੜੰਗਾਂ ਫੁੱਟ ਰਹੀਆਂ ਨੇ। ਸੱਜਣ ਸਿੰਘ ਨੇ ਸਾਰਾ ਸਰੀਰ ਝੂੰਡਦਿਆਂ ਕਿਹਾ, ਪੁੱਤ, ਜਿਸ ਦਿਨ ਤੇਰੇ ਵਾਂਗ 5ਵਾਂ ਹਿੱਸਾ ਹਿੰਦੀਆਂ ਦਾ ਵੀ ਲਹੂ ਗਰਮ ਹੋ ਗਿਆ, ਅੰਗਰੇਜ਼ ਆਪਣੇ ਆਪ ਕੰਨ ਵਲੇਟ ਕੇ ਤੁਰ ਜਾਣਗੇ। ਕਿਸੇ ਦਾ ਪਤਾ ਨਹੀਂ। ਸਾਨੂੰ ਤਾਂ ਕੋਈ ਵੀ ਮੋਰਚਾ ਲੱਗੇ ਬੇਸ਼ੱਕ ਆਵਾਜ਼ ਮਾਰ ਲਈ, ਆਪਾਂ ਨਹੀਂ ਹੁਣ ਪਿਛਾਂਹ ਹਟਦੇ। ਸੱਜਣ ਸਿੰਘ ਉਸ ਵੇਲੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਮਹਿਸੂਸ ਕਰ ਰਿਹਾ ਸੀ। ਸਾਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਏ। ਅਖੇ ਸੱਸੀ ਜਿਉਂਦਿਆਂ ਨਿੱਤ ਪੁਆੜੇ। ਅਜੇ ਕਈ ਮੋਰਚੇ ਲੱਗਣਗੇ। ਕੁਰਬਾਨੀ ਕਰਨ ਵਾਲੇ ਵਾਸਤੇ ਸਦਾ ਹੀ ਸਮਾਂ ਬਣਿਆ ਰਹਿੰਦਾ ਏ। ਅਸੀਂ ਤਾਂ ਹਮੇਸ਼ਾ ਵਾਸਤੇ ਸਿਰ ਤੇ ਖੱਫਣ ਬੰਨ ਰੱਖਿਆ ਏ, ਸਮਝਿਆ ਏ। ਉਸ ਵੇਲੇ ਬਾਬੇ ਕਾਲੀ ਦੇ ਚਿਹਰੇ ਉੱਤੇ ਮਹਾਨ ਤਪੱਸਵੀਆਂ ਵਰਗੀ ਲਾਲੀ ਚਮਕ ਰਹੀ ਸੀ।